वेल गुड मॉर्निंग क्लास 9 ਬੱਚੇ ਐਕਸਰਸਾਈਜ਼ 4 ਪੁਆਇੰਟ ਅਸੀਂ 3 ਯੂ ਆਪਾਂ 4.3 ਡਿਸਕਸ ਕਰ ਰਹੇ ਸੀ। ਸੋ ਜਿਹੜੇ ਕੁਐਸਚਨ ਪੈਂਡਿੰਗ ਨੇ ਅੱਜ ਉਹ ਡਿਸਕਸ ਕਰਾਂਗੇ। ਬੱਚੇ ਕੁਐਸਚਨ ਨੰਬਰ 6 ਦੇਖੋ। ਕੁਐਸਚਨ ਨੰਬਰ 6 ਹੈ ਥੋੜਾ ਐਪਲੀਕੇਸ਼ਨ ਦੱਸਿਆ ਗਿਆ ਲੀਨੀਅਰ ਇਕੁਏਸ਼ਨ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਆਪਣੀ ਡੇਲੀ ਲਾਈਫ ਦੀ ਪ੍ਰੋਬਲਮਸ ਹੁੰਦੀਆਂ ਨੇ, ਸਾਇੰਸ ਫਿਜ਼ਿਕਸ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਤਾਂ ਲੀਨੀਅਰ ਇਕੁਏਸ਼ਨ ਅਸੀਂ ਯੂਜ਼ ਕਰਕੇ ਆਪਾਂ ਉਸ ਚੀਜ਼ ਨੂੰ ਸਮਝ ਸਕਦੇ ਹਾਂ। ਸੋ ਦੇਖੋ ਬੱਚੇ, if the work done by a body on the application of the constant force is directly proportional to the distance traveled by a body। ਠੀਕ ਹੈ, ਕੀ ਕਹਿ ਰਿਹਾ? ਕਹਿੰਦਾ ਕੋਈ ਵਰਕ ਡਨ ਕੀਤਾ ਗਿਆ ਔਨ ਦਾ ਐਪਲੀਕੇਸ਼ਨ ਕੌਂਸਟੈਂਟ ਫੋਰ, ਕਿਸੇ ਬੋਡੀ ਦੇ ਉੱਤੇ ਅਸੀਂ ਕੌਂਸਟੈਂਟ ਫੋਰਸ ਲਗਾਈ ਹੈ ਬੱਚੇ। ਜਦੋਂ ਅਸੀਂ ਕਿਸੇ ਬੋਡੀ ਦੇ ਉੱਤੇ ਫੋਰਸ ਲਗਾਵਾਂਗੇ ਡੈਫੀਨੇਟਲੀ ਉਹ ਕੀ ਕਰੇਗੀ? ਮੂਵ ਕਰੇਗੀ। ਠੀਕ ਹੈ, ਕਿਸੇ ਵੀ ਕੌਂਸਟੈਂਟ ਕੋਈ ਵੀ ਕੌਂਸਟੈਂਟ ਫੋਰਸ ਲਗਾ ਰਹੇ ਹਾਂ, ਬਲਕਿ ਇੱਕੋ ਜਿਹਾ ਜ਼ੋਰ ਲਗਾਉਣਾ ਕਿਸੇ ਬੋਡੀ ਦੇ ਉੱਤੇ, ਅਤੇ ਕੀ ਹੋਏਗਾ? ਜਿਹੜੀ ਬੋਡੀ ਆ ਉਹ ਮੂਵ ਕਰੇਗੀ। ਕਲੀਅਰ? ਤਾਂ ਮੂਵ ਕਰੇਗੀ ਤਾਂ ਕੀ ਹੋਏਗਾ? ਵਰਕ ਡਨ ਹੋਏਗਾ। ਕਲੀਅਰ? ਤਾਂ ਕੀ ਹੋਏਗਾ? ਵਰਕ ਡਨ ਹੋਏਗਾ। ਸੋ ਜਿਹੜਾ ਵਰਕ ਡਨ ਹੋ ਰਿਹਾ ਉਹ ਕੀ ਕਹਿ ਰਿਹਾ? ਕੌਂਸਟੈਂਟ ਫੋਰਸ ਅਪਲਾਈ ਕਰਨ 'ਤੇ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਦ ਡਿਸਟੈਂਸ ਟਰੈਵਲਡ ਬਾਏ ਦ ਬੋਡੀ। ਡੈਫੀਨੇਟਲੀ ਜਦੋਂ ਅਸੀਂ ਕੋਈ ਜਿਹੜੀ ਫੋਰਸ ਲਗਾਵਾਂਗੇ ਅਤੇ ਉਹ ਬੋਡੀ ਮੂਵ ਕਰੇਗੀ। ਸੋ ਉੱਥੇ ਉਹਨੇ ਵਰਕ ਡਨ ਔਰ ਡਿਸਟੈਂਸ ਜਿਹੜਾ ਟਰੈਵਲ ਕੀਤਾ ਗਿਆ ਉਹਦਾ ਰਿਲੇਸ਼ਨ ਜਿਹੜਾ ਵਾ ਉਹਨੂੰ ਐਕਸਪ੍ਰੈਸ ਕਰਨਾ ਸੀ ਕਿਹਦੇ ਵਿੱਚ? ਇਕੁਏਸ਼ਨ ਇਨ 2 ਵੇਰੀਏਬਲਸ ਦੇ ਵਿੱਚ। ਠੀਕ ਹੈ, ਉਹ ਕਹਿੰਦਾ ਐਕਸਪ੍ਰੈਸ ਦਿਸ ਇਨ ਦਾ ਫੋਰਮ ਆਫ ਇਕੁਏਸ਼ਨ ਇਨ 2 ਵੇਰੀਏਬਲ ਐਂਡ ਡਰਾ ਦਾ ਗ੍ਰਾਫ ਆਫ ਦ ਸੇਮ ਬਾਈ ਟੇਕਿੰਗ ਦਾ ਕੌਂਸਟੈਂਟ ਫੋਰਸ 5। ਦੇਖੋ ਉਹਨੇ ਕੌਂਸਟੈਂਟ ਫੋਰਸ ਦੀ ਗੱਲ ਕੀਤੀ ਸੀ। ਕੌਂਸਟੈਂਟ ਫੋਰਸ ਹੈ ਤਾਂ ਉਹਨੇ ਕੌਂਸਟੈਂਟ ਫੋਰਸ ਦੇ ਵੀ ਦਿੱਤੀ ਤੁਹਾਨੂੰ। ਕੌਂਸਟੈਂਟ ਫੋਰਸ ਇੱਕ ਕੌਂਸਟੈਂਟ ਹੈ 5 ਯੂਨਿਟ, ਜਿਹੜੀ ਫੋਰਸ ਲੱਗਦੀ ਪਈ ਉਹ 5 ਯੂਨਿਟ ਲੱਗਦੀ। ਚਲੋ ਪਹਿਲਾਂ ਆਪਾਂ ਇੰਨੀ ਚੀਜ਼ ਡਿਸਕਸ ਕਰਦੇ ਹਾਂ। ਠੀਕ ਹੈ, ਅਸੀਂ ਲੈ ਲੈਂਦੇ ਕਿ ਲੈਟ ਕੀਤਾ, ਅਸੀਂ ਲੈਟ ਕਰ ਲੈਂਦੇ ਹਾਂ ਲੈਟ ਵਾਈ ਬੀ ਦਾ ਕੌਂਸਟੈਂਟ, ਵਾਈ ਬੀ ਦਾ ਵਰਕ ਡਨ, let y be the work done by a body। ਅੱਛਾ y ਨੂੰ ਲੈ ਲਿਆ। ਸੋ ਰਿਲੇਸ਼ਨ ਕੀ ਹੋਏਗਾ? ਕਿੰਨਾ ਵਰਕ ਡਨ ਹੋਇਆ? ਇਕੁਅਲ ਟੂ 5x। 5 ਕੀ ਹੈ? ਕੌਂਸਟੈਂਟ ਫੋਰਸ। x ਕੀ ਹੈ? ਡਿਸਟੈਂਸ ਟਰੈਵਲਡ ਬਾਏ ਅ ਬੋਡੀ। ਕਲੀਅਰ? x ਇਜ਼ ਡਿਸਟੈਂਸ। ਠੀਕ ਹੈ ਬੱਚੇ, ਇਹ ਗੱਲ ਯਾਦ ਰੱਖੋ। ਦੇਖੋ ਇਹ ਇਕੁਏਸ਼ਨ ਬਣੇਗੀ y ਇਜ਼ ਇਕੁਅਲ ਟੂ 5x। ਕਿਉਂ? ਕਿਉਂਕਿ ਉਹਨੇ ਕਿਹਾ ਕਿ ਜਿਹੜਾ ਵਰਕ ਡਨ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਇਟ ਮੀਨਸ ਜੇ ਵਰਕ ਹੋ ਰਿਹਾ ਅਤੇ ਡਿਸਟੈਂਸ ਵੀ ਟਰੈਵਲ ਹੋਏਗਾ, ਹੈ ਨਾ, ਫਿਰ ਹੀ ਆਪਾਂ ਕਹਾਂਗੇ ਕਿ ਡਿਸਟੈਂਸ ਟਰੈਵਲ ਕੀਤਾ ਗਿਆ ਬੋਡੀ ਨੇ। ਅਗਰ ਵਰਕ ਹੀ ਨਹੀਂ ਹੋਇਆ ਤਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ ਕਿ ਡਿਸਟੈਂਸ ਟਰੈਵਲ ਕਰੇਗੀ ਬੋਡੀ? ਨਹੀਂ। ਜਦੋਂ ਅਸੀਂ ਕੋਈ ਫੋਰਸ ਲਗਾਵਾਂਗੇ ਵਰਕ ਡਨ ਹੋਏਗਾ। ਵਰਕ ਡਨ ਕਿੰਨਾ ਹੋਏਗਾ? ਉਹ ਡਾਇਰੈਕਟਲੀ ਪ੍ਰਪੋਰਸ਼ਨਲ। ਇਟ ਮੀਨਸ ਜੇ ਵਰਕ ਡਨ ਹੋਏਗਾ ਅਤੇ ਤੁਹਾਡਾ ਡਿਸਟੈਂਸ ਵੀ ਟਰੈਵਲ ਕੀਤਾ ਜਾਏਗਾ। ਸੋ ਇਹ ਇਕੁਏਸ਼ਨ ਆ ਅਸੀਂ ਲਿਖੀ। ਠੀਕ ਹੈ ਬੱਚੇ, ਕੋਈ ਮੁਸ਼ਕਿਲ ਨਹੀਂ ਹੈ। ਸੋ ਬੱਚੇ, ਜਦੋਂ ਸਾਡੇ ਕੋਲ ਇਕੁਏਸ਼ਨ ਆ ਜਾਵੇ ਅਤੇ ਅਸੀਂ ਕੋਈ ਵੀ ਗ੍ਰਾਫ ਡਰੋ ਕਰ ਸਕਦੇ ਹਾਂ। ਫਿਰ ਸਾਡੇ ਵਾਸਤੇ ਕੋਈ ਮੁਸ਼ਕਿਲ ਨਹੀਂ ਰਹਿ ਜਾਂਦੀ ਕਿ ਅਸੀਂ ਗ੍ਰਾਫ ਨਹੀਂ। ਹੁਣ ਉਹਨੇ ਕਿਹਾ ਕੀ ਸੀ? ਕਹਿੰਦਾ ਪਹਿਲਾਂ ਤਾਂ ਤੁਸੀਂ ਆਪਾਂ ਰਿਲੇਸ਼ਨ ਆਪਾਂ ਤਾਂ ਲਿਖ ਲਿਆ, ਜੋ ਉਹਨੇ ਇਨਫੋਰਮੇਸ਼ਨ ਦਿੱਤੀ ਸੀ ਵਰਕ ਡਨ ਔਰ ਡਿਸਟੈਂਸ ਦੀ, ਉਹ ਅਸੀਂ ਲਿਖ ਲਈ। ਕਲੀਅਰ? ਉਸ ਤੋਂ ਬਾਅਦ ਉਹ ਕਹਿ ਰਿਹਾ ਕੀ ਕਰਨਾ? ਐਕਸਪ੍ਰੈਸ ਦਿਸ ਇਨ ਦਾ ਫੋਰਮ ਆਫ ਇਕੁਏਸ਼ਨ 'ਚ ਆਪਾਂ ਲਿਖ ਚੁੱਕੇ ਹਾਂ 2 ਵੇਰੀਏਬਲ ਐਂਡ ਡਰਾ ਦਾ ਗ੍ਰਾਫ ਆਫ ਦਾ ਸੇਮ ਬਾਈ ਟੇਕਿੰਗ ਦਾ ਕੌਂਸਟੈਂਟ ਫੋਰਸ ਐਜ਼ 5 ਯੂਨਿਟ। ਠੀਕ ਹੈ, ਹੁਣ ਉਹ ਕਹਿ ਰਿਹਾ ਕਿ ਅਸੀਂ ਇਕੁਏਸ਼ਨ ਤਾਂ ਲਿਖਤੀ ਹੈ, ਉਹਨੇ ਜੋ ਇਕੁਏਸ਼ਨ ਪੁੱਛੀ ਸੀ ਉਹ ਤਾਂ ਆਪਾਂ ਲਿਖਤੀ ਹੈ। ਹੁਣ ਆਪਾਂ ਦਾ ਡਰਾ ਦਾ ਗ੍ਰਾਫ। ਹੁਣ ਅਸੀਂ ਇਹਦਾ ਗ੍ਰਾਫ ਬਣਾਵਾਂਗੇ। ਗ੍ਰਾਫ ਕਿਵੇਂ ਬਣਾਵਾਂਗੇ? ਗ੍ਰਾਫ ਤਾਂ ਤੁਹਾਨੂੰ ਬਣਾਉਣਾ ਆਉਂਦਾ, ਤੁਹਾਨੂੰ ਸਮਝਾਇਆ ਹੋਇਆ। ਇੱਕ ਤੁਸੀਂ ਲਿਆ y ਐਕਸਿਸ, ਇੱਕ ਲਿਆ ਤੁਸੀਂ x ਐਕਸਿਸ। ਠੀਕ ਹੈ, ਕੋਈ ਵੀ ਤੁਹਾਡੇ ਕੋਲ ਇਕੁਏਸ਼ਨ ਹੋਵੇ ਉਹਦਾ ਟੇਬਲ ਬਣਾਉਣਾ ਤੁਹਾਨੂੰ ਮੈਂ ਸਿਖਾਇਆ ਹੋਇਆ। ਟੇਬਲ ਬਣਾ ਸਕਦੇ ਹੋ ਤੁਸੀਂ। ਸਿਰਫ 2 ਪੁਆਇੰਟ ਲੈਣੇ ਤੁਸੀਂ। ਅੱਛਾ ਸੋਚੋ ਬੱਚੇ, ਅਗਰ ਤੁਸੀਂ x ਦੀ ਵੈਲਿਊ 0 ਪੁੱਟ ਕਰੋ, ਇੱਥੇ x ਦੀ ਵੈਲਿਊ 0 ਪੁੱਟ ਕਰੋ ਔਰ ਤੁਹਾਡੇ ਕੋਲ y ਦੀ ਵੈਲਿਊ ਕੀ ਆ ਜਾਏਗੀ? y ਦੀ ਵੈਲਿਊ ਉਸ ਤੋਂ 0 ਆ ਜਾਏਗੀ, ਹੈ ਨਾ।
तो एक्स की वैल्यू 0 पुट करन ते वाई की वैल्यू 0 आएगी। इट मीनस पॉइंट आप इत्थों लवांगे, शुरुआत इत्थों करांगे क्योंकि इत्थे एक्स और वाई दोनों 0 ने। चलो जेकर तुसी इहदे विच एक्स की जगह 1 पुट किया तो वाई की वैल्यू बच्चे की आएगी 5 × 1 = 5। तो एक्स की वैल्यू 1 पुट करन ते वाई की वैल्यू की आएगी 5। चलो असीं ले लेंगे हैं। चलो एक्स की वैल्यू कितने एक्स की वैल्यू 1 इत्थे कितने होएगी और वाई की वैल्यू 5 इत्थे कितने होएगी। ठीक है, इत्थों आपां एक लाइन लई, इत्थों एक लाइन लई। सो दिस इज़ द रिक्वायर्ड पॉइंट, दिस पॉइंट इज़ 1,5। ठीक है बच्चे, सो इन्हां दोनों पॉइंटां नूं मिला दो। ਜਦੋਂ ਤੁਸੀਂ ਇਹਨਾਂ ਦੋਨੋਂ ਪੁਆਇੰਟਾਂ ਨੂੰ ਮਿਲਾ ਦੋਗੇ, ਠੀਕ ਹੈ, ਸੋ ਤੁਹਾਡੇ ਕੋਲ ਇਹ ਲਾਈਨ ਬਣੇਗੀ। ਸੋ ਮੇਰੇ ਕੋਲ ਸਹੀ ਤਰ੍ਹਾਂ ਮਿਲਿਆ ਨਹੀਂ, ਜਦੋਂ ਤੁਸੀਂ ਕਾਪੀ 'ਤੇ ਬਣਾਓਗੇ ਸੋਹਣਾ ਤੁਹਾਡੇ ਕੋਲ ਬਣੇਗਾ। ਕਲੀਅਰ। ਸੋ ਦਿਸ ਇਜ਼ ਅ ਗ੍ਰਾਫ, ਐਕਚੁਅਲੀ ਦਿਸ ਇਜ਼ ਅ ਗ੍ਰਾਫ ਆਫ ਦ ਇਕੁਏਸ਼ਨ y = 5x ਜਿਹੜਾ ਉਹਨੇ ਕਿਹਾ ਸੀ। ਕਲੀਅਰ। ਹੁਣ ਅੱਗੇ ਦੇਖੋ, ਅੱਗੇ ਕੀ ਕਹਿ ਰਿਹਾ। ਅੱਗੇ ਬੱਚੇ ਉਹ ਕਹਿ ਰਿਹਾ ਕਿ ਗ੍ਰਾਫ ਡਰੋ ਕਰਤਾ, ਆਲਸੋ ਰੀਡ, ਹਾਂ ਨੈਕਸਟ ਕੀ ਹੈ, also read from the graph the work done when the distance traveled by the body is 2 unit। ठीक है, ਹੁਣ ਆਪਾਂ ਗ੍ਰਾਫ ਰੀਡ ਕਰਨਾ ਜਦੋਂ ਡਿਸਟੈਂਸ ਟਰੈਵਲ ਕੀਤਾ ਗਿਆ 2 ਯੂਨਿਟ। ਚਲੋ ਦੇਖਦੇ ਹਾਂ। ਹੁਣ ਦੇਖੋ ਬੱਚੇ ਗ੍ਰਾਫ ਕਿਵੇਂ ਰੀਡ ਕਰੀਦਾ। ਦੇਖੋ ਇੱਥੇ ਮੇਰੇ ਕੋਲ ਪੋਸੀਬਲ ਨਹੀਂ ਗਾ ਕਿਉਂਕਿ ਮੈਂ ਗ੍ਰਾਫ ਯੂਨਿਟ ਲੈ ਕੇ ਨਹੀਂ ਬਣਾਇਆ ਹੋਇਆ। ਤੁਸੀਂ ਜਦੋਂ ਯੂਨਿਟ ਲੈ ਕੇ ਬਣਾਓਗੇ ਨਾ ਤੇ ਫਿਰ ਤੁਹਾਡੇ ਕੋਲ ਪ੍ਰੋਪਰ ਆਏਗਾ, ਤੁਹਾਨੂੰ ਇੱਥੇ ਪੂਰੇ ਨੰਬਰ ਦੇਣੇ ਪੈਣਗੇ। ਕਲੀਅਰ। ਤੁਸੀਂ ਕੀ ਕਰਨਾ, ਉਹ ਕਹਿੰਦਾ ਪਿਆ ਕਿ ਤੁਹਾਡੇ ਕੋਲ ਡਿਸਟੈਂਸ ਟਰੈਵਲ ਕਿੰਨਾ ਕੀਤਾ, ਡਿਸਟੈਂਸ ਸਾਡੇ ਕੋਲ ਲਿਆ ਉਹਨੇ 2 ਯੂਨਿਟਸ। ਸੋ ਡਿਸਟੈਂਸ ਟਰੈਵਲ ਕਿੰਨਾ ਕੀਤਾ, 2 ਯੂਨਿਟ। ਡਿਸਟੈਂਸ ਟਰੈਵਲ ਦਾ ਮਤਲਬ ਕਿ ਐਕਸ ਦੀ ਗੱਲ ਕਰ ਰਹੇ ਆਪਾਂ ਹੁਣ, ਹੈ ਨਾ, ਐਕਸ ਯੂਨਿਟ, ਐਕਸ ਦੀ ਗੱਲ ਕਰ ਰਹੇ। ਚਲੋ ਡਿਸਟੈਂਸ ਤੇ ਸਾਡੇ ਕੋਲ ਹੈ ਡਿਸਟੈਂਸ ਲਾਈਨ ਹੈ। ਠੀਕ ਹੈ, ਇਹ ਡਿਸਟੈਂਸ ਲਾਈਨ ਹੈ ਅਤੇ ਅਸੀਂ ਦੱਸਣਾ ਕਿ ਵਰਕ ਡਨ ਕਿੰਨਾ ਹੋਏਗਾ। ਕਲੀਅਰ। डिस्टेंस देखो इत्थों तक, इत्थों 1 यूनिट ही, मैं इत्थों 2 यूनिट ले लेना, इत्थों 2 यूनिट। सो हुण ग्राफ नूं किवें रीड करीदा। ठीक है, तुसीं एक लाइन लैनी है सीधी परपेंडिकुलर ए लाइन दे उत्ते। ठीक है, इत्थों एक्स एक्सिस उत्ते परपेंडिकुलर होवे, इत्थे एक 90 डिग्री का एंगल बनाओगे तो और सीधी लाइन इस तरह जान दोगे उपर नूं। ठीक है बच्चे, इस तरह सीधी लाइन जिहड़ी है 90 डिग्री इत्थे लगा लेनी, ਇੱਥੋਂ ਤੁਸੀਂ ਸਿੱਧੀ ਲੈ ਕੇ ਜਾਣੀ ਉੱਪਰ 90 ਡਿਗਰੀ ਦੇ ਐਂਗਲ 'ਤੇ ਸਿੱਧੀ ਉੱਪਰ, ਇੱਥੇ ਕਿਤੇ ਮੀਟ ਕਰ ਜਾਏਗੀ। ਫਿਰ ਤੁਸੀਂ ਕਰਨਾ ਇੱਥੋਂ ਸਿੱਧੀ ਇੱਕ ਲਾਈਨ ਡਰੋ ਕਰਨੀ ਹੈ ਵਾਈ ਦੇ ਪਰਪੈਂਡੀਕੂਲਰ ਇੱਥੇ। ਠੀਕ ਹੈ, ਵਾਈ ਐਕਸਿਸ ਹੈ, ਦਿਸ ਇਜ਼ ਅ ਵਾਈ ਐਕਸਿਸ। ਫਿਰ ਇੱਥੇ ਚੈੱਕ ਕਰਨਾ ਇੱਥੇ ਤੁਹਾਡੇ ਕੋਲ ਪੁਆਇੰਟ ਕਿਹੜਾ ਆਇਆ। ਕਲੀਅਰ। ਉਹ ਇੱਥੇ ਪੁਆਇੰਟ ਆਏਗਾ 10, ਕੋਆਰਡੀਨੇਟ ਕੀ ਆਏਗਾ 10 ਆਏਗਾ ਇੱਥੇ। ਇਹ ਹੋਏਗਾ ਕਿਵੇਂ, ਜਦੋਂ ਤੁਸੀਂ ਬਹੁਤ ਹੀ ਵਧੀਆ ਗ੍ਰਾਫ ਬਣਾਇਆ ਹੋਏਗਾ, ਨੰਬਰ ਦਿੱਤੇ ਹੋਣਗੇ। ਕਲੀਅਰ। एक्स एक्सिस उत्ते नंबर दिते होंगे, वाई एक्सिस उत्ते नंबर दिते होंगे। हुण देखो अगर तुसीं देखो तुहाडे कोल इक्वेशन सी y = 5x है ना, तो आपां x नूं लैने पे 2 यूनिट, x नूं लैने पे 2 यूनिट। तो इट मीनस इक्वेशन दे विच तुसीं x की जगह 2 पुट करोगे तो 10 आएगा। यह तो मैनूं पता 10 आएगा बच्चे, पर उन्हें कहा कि ग्राफ नूं रीड करना। तो ग्राफ नूं रीड किवें करांगे, पहले तो आपां 2 लवांगे, इत्थे 2 लैके आपां एक लाइन परपेंडिकुलर ड्रॉ की एक्स एक्सिस दे उत्ते और उन्होंने मीट किया ए लाइन के नाल। ठीक है, फिर जिथे कट हुई उत्थों असी एक परपेंडिकुलर ड्रॉ किया वाई एक्सिस के उत्ते, फिर वाई तो चैक करो कितना। सो उही तुहाडा की होएगा, वर्क डन। क्लीयर है बच्चे, समझ लग गई तुहानूं, इह कोई औखा नहीं है। सो दूसरी गल वो कह रहे कि जेकर तुहाडे कोल डिस्टेंस ट्रैवल किया जाए 0 यूनिट है, 0 यूनिट तो की होएगा, तुहानूं पता है 0 के उत्ते कोई डिस्टेंस वर्क डन नहीं होएगा क्योंकि यह पॉइंट इत्थे शुरू हो गया, इत्थे खत्म हो गया। इत्थों तुसीं परपेंडिकुलर लो लिया इत्थे तक और इत्थे खत्म हो जाना पॉइंट ने, क्योंकि तुहाडे कोल इक्वेशन y = 5x है ना, तो x नूं 0 पुट करोगे तो y भी 0 हो जाए। सो बच्चे नैक्सट क्वेश्चन की है, देखो ध्यान ना। नैक्सट क्वेश्चन है, यामिनी एंड Fatima, 2 students of class 9 of a school, together contributed ₹100 towards the Prime Minister's relief fund to help the earthquake victims। दो दोस्त ने आपस दे विच क्लास 9 दियां ने और उन्होंने कॉन्ट्रीब्यूट किया 100 रुपया, दोनों ने मिल के 100 रुपया इकट्ठा किया तो प्राइम मिनिस्टर के रिलीफ फंड के पैसे पाए
ਅਰਥਕੁਇਕ ਵਾਸਤੇ ਜੋ ਵਿਕਟਮ ਸੀ। ਰਾਈਟ ਏ ਲੀਨੀਅਰ ਇਕੁਏਸ਼ਨ ਵਿਚ ਸੈਟਿਸਫਾਈ ਦਿਸ ਡੇਟਾ। ਅਸੀਂ ਹੁਣ ਲੀਨੀਅਰ ਇਕੁਏਸ਼ਨ ਲਿਖਣੀ ਹੈ ਕਿ ਜਿਹੜਾ ਇਹ ਚੀਜ਼ ਨੂੰ ਸੈਟਿਸਫਾਈ ਕਰ ਸਕੇ। ਕਲੀਅਰ। ਦੇਖੋ ਬੱਚੇ ਸਿੱਧਾ ਹੀ ਹੈ ਕਿ ਇਹ ਜਿਹੜਾ ਇਕੁਏਸ਼ਨ ਬਣੇਗੀ ਉਹ ਇਸ ਤਰ੍ਹਾਂ ਬਣੇਗੀ। ਕੁਐਸਚਨ ਨੰਬਰ 7 ਹੈ x+y। x ਕੀ ਹੈ ਕਿ ਇਹ ਪੇਮੈਂਟ ਆ ਮਨੀ ਗਿਵਨ ਬਾਏ ਫਸਟ ਗਰਲ ਐਂਡ ਦਿਸ ਇਜ਼ ਅ ਮਨੀ ਗਿਵਨ ਬਾਏ ਸੈਕੰਡ ਗਰਲ। ਠੀਕ ਹੈ। ਦੋਨਾਂ ਨੇ ਮਿਲ ਕੇ ਕਿੰਨਾ ਪਾਇਆ, ਇੱਕ ਨੇ ਜਿੰਨੇ ਪੈਸੇ ਪਾਏ ਉਹਨੂੰ ਮੈਂ x ਮੰਨ ਲਿਆ, ਦੂਜੇ ਨੇ ਜਿੰਨੇ ਪੈਸੇ ਪਾਏ ਉਹਨੂੰ y ਲੈ ਲਿਆ। ਦੋਨਾਂ ਨਾਲ ਪਲੱਸ ਕਰਾਂਗੇ ਅਤੇ 100 ਰੁਪਏ ਜਿਹੜੇ ਨੇ ਉਹ ਕੰਟਰੀਬਿਊਟ ਕੀਤੇ ਗਏ ਨੇ ਅਰਥਕੁਇਕ ਵਿਕਟਮ ਵਾਸਤੇ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦੇ ਵਿੱਚ। ਹੁਣ ਇੱਥੇ ਬੱਚੇ ਦੇਖੋ ਦੋਨੋਂ ਦੋਸਤਾਂ ਦੀ ਪੋਸੀਬਿਲਿਟੀ ਕੀ ਹੋਏਗੀ। ਹੋ ਸਕਦਾ ਇੱਕ ਲੜਕੀ ਨੇ 10 ਰੁਪਏ ਪਾਏ ਹੋਣ, ਦੂਜੀ ਲੜਕੀ ਨੇ 90 ਰੁਪਏ ਪਾਏ ਹੋਣ। ਇਹ ਵੀ ਹੋ ਸਕਦਾ ਕਿ ਇੱਕ ਲੜਕੀ ਨੇ 90 ਰੁਪਏ ਪਾਏ ਹੋਣ, ਦੂਜੀ ਲੜਕੀ ਨੇ 10 ਰੁਪਏ ਪਾਏ ਹੋਣ। ਪਹਿਲੀ ਲੜਕੀ ਨੇ 90 ਰੁਪਏ ਪਾਏ ਹੋਣ, ਦੂਸਰੀ ਨੇ, ਕਿਉਂਕਿ ਆਪਾਂ 100 ਬਣਾਉਣਾ, ਜੋੜ ਕੇ 100 ਬਣਾਉਣਾ। ਇਹ ਵੀ ਹੋ ਸਕਦਾ ਕਿ ਦੋਨਾਂ ਨੇ 50-50 ਪਾਏ ਹੋਣ, ਹੈ ਨਾ, 50-50%, 50-50 ਰੁਪਏ ਪਾਏ ਹੋਣ, ਤਾਂ ਵੀ ਗੱਲ ਹੈ, ਕਿਉਂਕਿ ਉਹਨਾਂ ਨੇ ਦੋਨਾਂ ਨੇ ਮਿਲ ਕੇ ਦਿੱਤੇ ਨੇ, ਆਪਣੇ ਨਾਂ ਦੇ ਉੱਤੇ ਮਿਲ ਕੇ ਦਿੱਤੇ। ਪਰ ਇਹ ਵੀ ਪੋਸੀਬਿਲਿਟੀ ਹੈਗੀ ਹੈ ਕਿ ਇੱਕ ਲੜਕੀ ਨੇ ਕੋਈ ਪੈਸਾ ਨਾ ਪਾਇਆ ਹੋਵੇ ਔਰ ਦੂਜੀ ਨੇ ਇਕੱਲੀ ਨੇ 100 ਰੁਪਇਆ ਦਿੱਤਾ ਹੋਵੇ, ਕਿਉਂਕਿ ਉਹਨਾਂ ਨੇ ਮਿਲ ਕੇ ਆਪਣਾ ਨਾਮ ਲਿਖਾਇਆ ਹੈ ਨਾ। ਤਾਂ ਪੋਸੀਬਿਲਿਟੀ ਇਹ ਵੀ ਬਣਦੀ ਹੈ ਕਿ ਇੱਕ ਨੇ ਪੈਸੇ ਦਿੱਤੇ ਨਾ ਹੋਣ ਪਰ ਦੋਨਾਂ ਨੇ ਮਿਲ ਕੇ ਆਪਣਾ ਨਾਮ ਰਿਲੀਫ ਫੰਡ 'ਚ ਲਿਖਾਇਆ ਗਿਆ। ਪੋਸੀਬਿਲਿਟੀ ਇਹ ਵੀ ਬਣਦੀ ਪਈ ਹੈ ਕਿ ਫਸਟ ਗਰਲ ਨੇ 100 ਰੁਪੀਜ਼ ਦਿੱਤੇ ਹੋਣ, ਸੈਕਿੰਡ ਨੇ ਕੋਈ ਨਾ ਦਿੱਤਾ ਹੋਵੇ। ਸੋ ਇਸ ਤਰ੍ਹਾਂ ਦੀਆਂ ਇਨਫਾਈਨਾਈਟ ਮੈਨੀ ਜਿਹੜੀਆਂ ਤੁਹਾਡੇ ਕੋਲ ਪੋਸੀਬਿਲਿਟੀਜ਼ ਬਣ ਜਾਣੀਆਂ ਜਿਹਦੇ ਨਾਲ ਤੁਸੀਂ ਗ੍ਰਾਫ ਡਰਾ ਕਰ ਸਕਦੇ ਹੋ। ਕਲੀਅਰ। ਤੁਹਾਡੇ ਕੋਲ 2 ਪੁਆਇੰਟ ਚਾਹੀਦੇ ਹੁੰਦੇ ਨੇ, ਤੁਸੀਂ 2 ਪੁਆਇੰਟ ਲੈਣੇ, ਇਹਨਾਂ 'ਚ ਕੋਈ 2 ਪੁਆਇੰਟ ਲੈ ਲਓ, ਠੀਕ ਹੈ, ਅਤੇ ਗ੍ਰਾਫ ਬਣਾ ਲਓ। ਚਲੋ ਗ੍ਰਾਫ ਬਣਾਉਂਦੇ ਹਾਂ। ਮੈਂ ਇੱਕ ਪੁਆਇੰਟ ਲੈ ਰਿਹਾ ਵਾਂ 0,100, ਇੱਕ ਪੁਆਇੰਟ ਆ ਲੈ ਰਿਹਾ 0,100, ਇੱਕ ਪੁਆਇੰਟ ਆ ਲੈ ਰਿਹਾ 100,0। ਕੋਈ ਵੀ 2 ਪੁਆਇੰਟ ਲੈਣੇ ਤੁਸੀਂ, ਜਿਹੜੇ ਮਰਜ਼ੀ ਲੈ ਸਕਦੇ ਹੋ, ਠੀਕ ਹੈ। ਮੈਂ ਕਹਿੰਦਾ ਕਿ ਐਕਸ ਐਕਸਿਸ ਐਕਸ ਐਕਸਿਸ ਤੋਂ ਹੈ ਵਾਈ ਐਕਸਿਸ। ਇੱਥੇ ਉਹ ਵਾਲੀਆਂ ਪੁਆਇੰਟਸ ਆਉਣਗੇ ਜਿਹੜਾ ਇੱਥੇ ਪਹਿਲੀ ਲੜਕੀ ਨੇ ਪੈਸੇ ਦਿੱਤੇ ਹੋਣਗੇ, ਇੱਥੇ ਉਹ ਪੁਆਇੰਟ ਆਉਣਗੇ ਜਿਹੜੇ ਦੂਸਰੀ ਲੜਕੀ ਨੇ ਪੈਸੇ ਦਿੱਤੇ ਹੋਣਗੇ। ਸਭ ਤੋਂ ਪਹਿਲਾ ਪੁਆਇੰਟ ਲੈ ਰਿਹਾ ਮੈਂ ਇਹ ਵਾਲਾ 100। ਮੈਂ ਲੈ ਕੇ ਚੱਲਦਾ, ਪੁਆਇੰਟ ਲੈ ਕੇ ਚੱਲਦਾ, ਇੱਥੇ 10, ਇੱਥੇ 20, ਇੱਥੇ 30, ਇੱਥੇ 40, 50, 60, 70, 80, 19 ਐਂਡ 100। ਕਲੀਅਰ। ਇਹ ਪੁਆਇੰਟ ਲੈ ਗਿਆ 100। ਇਸੇ ਤਰ੍ਹਾਂ ਇੱਥੇ ਉੱਪਰ ਵੀ ਕੋਈ ਆਪਾਂ ਇੱਕ ਨਵਾਂ ਬਣਾ ਲੈਂਦੇ ਪੇਜ ਤੁਹਾਨੂੰ, ਠੀਕ ਹੈ। ਇੱਥੇ ਲੈ ਕੇ ਚੱਲਦੇ 50, ਇੱਥੇ ਲੈ ਕੇ ਚੱਲਦੇ 100, ਇੱਥੇ ਵੀ ਲੈ ਕੇ ਚੱਲਦੇ 50, ਇੱਥੇ ਲੈ ਕੇ ਚੱਲਦੇ 100। ਕਲੀਅਰ। ਜਿਹੜਾ ਪਹਿਲਾ ਪੁਆਇੰਟ ਹੈ ਆਹ ਮੈਂ ਗੱਲ ਕਰ ਰਿਹਾ 100,0 ਇੱਥੇ ਆਏਗਾ, ਹੈ ਨਾ। ਇਹਨੂੰ ਪੁਆਇੰਟ ਲੈਣੇ A, ਕਿਉਂਕਿ ਇੱਥੇ 100 x ਦੀ ਵੈਲਿਊ 100 ਹੈ ਔਰ y ਦੀ ਵੈਲਿਊ 0 ਹੈ, ਕਿਉਂਕਿ x ਐਕਸਿਸ ਦੇ ਉੱਤੇ y ਦੀ ਵੈਲਿਊ ਕੀ ਹੁੰਦੀ ਹੈ 0, ਇੱਥੇ y ਦੀ ਵੈਲਿਊ 0 ਹੁੰਦੀ ਹੈ। ਇਟ ਮੀਨਸ ਇਹ ਬਣੇਗਾ ਪੁਆਇੰਟ 100,0। ਸੋ ਇਹ ਪੁਆਇੰਟ ਕਿਹੜਾ ਬਣੇਗਾ ਬੱਚੇ, ਇਹ ਬਣੇਗਾ 0,100, ਕਿਉਂਕਿ ਇੱਥੇ x ਦੀ ਵੈਲਿਊ ਕੀ ਹੈ 0, x ਦੀ ਵੈਲਿਊ 0 ਔਰ y ਦੀ ਵੈਲਿਊ 100। ਕਲੀਅਰ। ਇਹ ਪੁਆਇੰਟ ਆ ਗਿਆ। ਇਹਨਾਂ ਦੋਨੋਂ ਪੁਆਇੰਟਾਂ ਨੂੰ ਮਿਲਾ ਦਿਓ, ਠੀਕ ਹੈ। ਸੋ ਦਿਸ ਇਜ਼ ਅ ਲਾਈਨ ਇਕੁਏਸ਼ਨ y ਇਜ਼ ਇਕੁਅਲ ਟੂ 100x। ਬਸ ਇੰਨਾ ਹੀ ਪੁੱਛਿਆ ਗਿਆ ਸੀ। ਸੋ ਬਹੁਤ ਹੀ ਆਸਾਨ। ਦੇਖੋ ਪਹਿਲਾਂ ਮੈਂ ਇੱਥੇ ਪੁਆਇੰਟ ਲਿਆ ਸੀ 10, 20, 20, 40, ਹੈ ਨਾ। ਤੁਸੀਂ ਇਸ ਤਰ੍ਹਾਂ ਵੀ ਲੈ ਸਕਦੇ ਹੋ, ਉਹ ਪਰ ਥੋੜ੍ਹਾ ਵੱਡਾ ਹੋ ਰਿਹਾ ਸੀ ਗ੍ਰਾਫ, ਇਸ ਕਰਕੇ ਮੈਂ ਇਹਨੂੰ ਇਸ ਤਰੀਕੇ ਨਾਲ ਲੈ ਲਿਆ। ਯੂਨਿਟ ਮੇਰੀ ਮਰਜ਼ੀ, ਮੈਂ ਕਿਸ ਤਰ੍ਹਾਂ ਲੈ ਰਿਹਾ, ਠੀਕ ਹੈ ਬੱਚੇ। ਅਤੇ ਇੱਥੇ ਇਹੀ ਪੁੱਛਿਆ ਗਿਆ ਸੀ ਡਰਾ ਦਾ ਗ੍ਰਾਫ ਆਫ ਦਾ ਸੇਮ। ਸੋ ਆਪਾਂ ਜਿਹੜਾ ਗ੍ਰਾਫ ਆ ਉਹ ਡਰਾ ਕਰ ਦਿੱਤਾ, ਠੀਕ ਹੈ ਬੱਚੇ। ਨੈਕਸਟ ਕੁਐਸਚਨ ਦੇਖੋ ਜਰਾ ਜਲਦੀ। ਕੁਐਸਚਨ ਨੰਬਰ 8 ਵੈਰੀ ਸਿੰਪਲ। In a country like USA, Canada, temperature is measured in Fahrenheit, whereas in country like India, it is measured in Celsius. ਦੇਖਿਆ ਜਾਵੇਗਾ ਤੁਸੀਂ TV 'ਤੇ ਨਿਊਜ਼ 'ਤੇ ਵੀ ਬੜੀ ਵਾਰੀ ਦੇਖਿਆ ਹੋਏਗਾ, ਵੱਡੀਆਂ ਜਿਹੜੀਆਂ ਕੰਟਰੀਜ਼ USA, ਚਾਈਨਾ, ਇਹਨਾਂ ਦਾ ਜਿਹੜਾ ਟੈਂਪਰੇਚਰ ਉਹ ਦੱਸਦੇ ਨਾ ਫਾਰਨਹਾਈਟ 'ਚ ਹੀ ਦੱਸਦੇ ਆ।
ਫਾਰਨਹਾਈਟ ਦੇ ਵਿੱਚ ਹੀ ਦੱਸਦੇ ਆ। ਕਈ ਵਾਰ ਤੁਸੀਂ ਉੱਥੇ ਬਾਹਰ ਕੋਈ ਟੈਂਪਰੇਚਰ ਵੇਖਣ ਜਾਂਦੇ ਹੋ ਡਾਕਟਰ ਨੂੰ, ਤਾਂ ਉਹ ਡਾਕਟਰ ਵੀ ਤੁਹਾਡਾ ਟੈਂਪਰੇਚਰ ਨਾ ਫਾਰਨਹਾਈਟ 'ਚ ਹੀ ਦੱਸਦਾ। ਅਤੇ ਜੇਕਰ ਤੁਸੀਂ ਆਪਣੇ ਇੰਡੀਆ 'ਚ ਗੱਲ ਕਰੋ, ਇੱਥੇ ਜ਼ਿਆਦਾਤਰ ਅਸੀਂ ਜਿਹੜਾ ਯੂਨਿਟ ਯੂਜ਼ ਕਰਦੇ ਹਾਂ ਟੈਂਪਰੇਚਰ ਵਾਸਤੇ, ਉਹ ਆਪਾਂ ਸੈਲਸੀਅਸ ਯੂਜ਼ ਕਰਦੇ ਹਾਂ। ਕਲੀਅਰ। ਹੈਜ਼ is a linear equation, here is a linear equation that convert Fahrenheit to Celsius। तो ਸਾਡੇ ਕੋਲ ਇੱਕ ਇਕੁਏਸ਼ਨ ਹੈ, ਬਹੁਤ ਹੀ ਕਾਮਨ ਜੀ ਇਕੁਏਸ਼ਨ ਹੈ, ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਅਸੀਂ ਉਹਨੂੰ। ਸੋ ਇਕੁਏਸ਼ਨ ਹੈ ਵੈਰੀ ਇੰਪੋਰਟੈਂਟ, ਜਿਹਦੇ ਨਾਲ ਅਸੀਂ ਕਨਵਰਟ ਕਰ ਸਕਦੇ ਹਾਂ ਫਾਰਨਹਾਈਟ ਨੂੰ ਸੈਲਸੀਅਸ 'ਚ ਔਰ ਸੈਲਸੀਅਸ ਨੂੰ ਫਾਰਨਹਾਈਟ ਦੇ ਵਿੱਚ। ਕਲੀਅਰ। ਹੁਣ ਸਭ ਤੋਂ ਪਹਿਲਾਂ ਉਹ ਕਹਿ ਰਿਹਾ ਕਿ ਇਹਦਾ ਗ੍ਰਾਫ ਬਣਾਓ, ਡਰਾ ਦ ਗ੍ਰਾਫ ਆਫ ਦ ਲੀਨੀਅਰ ਇਕੁਏਸ਼ਨ ਯੂਜ਼ਿੰਗ ਦਾ ਸੈਲਸੀਅਸ ਆਫ ਫੋਰ ਐਕਸ-ਐਕਸਿਸ ਕਿੱਦਾਂ ਤੁਸੀਂ ਜਦੋਂ ਗ੍ਰਾਫ ਬਣਾਓਗੇ ਤੇ ਫਸਟ ਜਿਹੜਾ ਐਕਸ-ਐਕਸਿਸ ਹੈ ਉਹਨੂੰ ਤੁਸੀਂ ਲੈਣਾ ਸੈਲਸੀਅਸ, ਇੱਥੇ ਤੁਹਾਡਾ ਸੈਲਸੀਅਸ ਲਿਖਾਂਗੇ ਅਸੀਂ, ਔਰ ਜਿਹੜੀ ਤੁਹਾਡੇ ਕੋਲ ਵਾਈ-ਐਕਸਿਸ ਹੈ ਉਹਨੂੰ ਤੁਸੀਂ ਫਾਰਨਹਾਈਟ ਲੈ ਲਓਗੇ ਐਕਸਿਸ ਨੂੰ। ਇਹ ਤੁਹਾਡੇ ਕੋਲ ਸੈਲਸੀਅਸ ਇੱਥੇ ਨੋਟ ਕਰਾਂਗੇ, ਇੱਥੇ ਆਪਾਂ ਫਾਰਨਹਾਈਟ ਨੋਟ ਕਰਾਂਗੇ। ਠੀਕ ਹੈ ਬੱਚੇ। ਸੋ ਇਹਦਾ ਟੇਬਲ ਬਣਾਉਣਾ ਤੁਹਾਨੂੰ ਕੋਈ ਔਖਾ ਕੰਮ ਨਹੀਂ ਹੈਗਾ, ਟੇਬਲ ਬਣਾ ਸਕਦੇ ਹੋ ਤੁਸੀਂ ਇਹਦਾ। ਪਹਿਲਾਂ ਇਹਨੂੰ ਮੈਂ ਫਸਟ ਬਾਕਸ ਨੂੰ ਲੈ ਲਿਆ ਸੈਲਸੀਅਸ, ਦੂਜੇ ਨੂੰ ਲੈ ਲਿਆ ਫਾਰਨਹਾਈਟ। ਹਾਂਜੀ ਬੱਚੇ, ਜਦੋਂ ਬੱਚੇ ਤੁਸੀਂ ਇੱਥੇ ਜ਼ੀਰੋ ਪੁੱਟ ਕਰੋਗੇ, ਸੀ ਦੀ ਵੈਲਿਊ ਜ਼ੀਰੋ ਪੁੱਟ ਕਰੋਗੇ ਤਾਂ ਟਰਮ ਸਾਰੀ ਕੀ ਹੋ ਜਾਏਗੀ, ਜ਼ੀਰੋ। ਸੋ ਸੀ ਨੂੰ ਜ਼ੀਰੋ ਪੁੱਟ ਕਰਨ ਦੇ ਨਾਲ ਐਫ ਦੀ ਵੈਲਿਊ ਕਿੰਨੀ ਰਹਿ ਜਾਏਗੀ, 32, ਹੈ ਨਾ। ਸੀ ਦੀ ਵੈਲਿਊ ਜ਼ੀਰੋ ਪੁੱਟ ਕੀਤੀ ਅਤੇ ਐਫ ਦੀ ਵੈਲਿਊ ਕਿੰਨੀ ਆ ਗਈ, 32। ਤੁਸੀਂ ਕਰਕੇ ਦੇਖਣਾ ਇਹਨੂੰ, ਫਾਰਨਹਾਈਟ ਆ ਗਿਆ 32। ਉਸ ਤੋਂ ਬਾਅਦ ਅਗਰ ਸੀ ਦੀ ਵੈਲਿਊ ਤੁਸੀਂ ਲੈ ਕੇ ਚੱਲੋ 5, ਠੀਕ ਹੈ। ਜੇ ਸੀ ਦੀ ਵੈਲਿਊ ਤੁਸੀਂ 5 ਲੈ ਕੇ ਚੱਲਦੇ ਹੋ ਤਾਂ ਕੀ ਹੋਏਗਾ, ਐਫ ਇਜ਼ ਇਕੁਅਲ ਟੂ 9/5 ਮਲਟੀਪਲਾਈ ਬਾਈ 5 + 32, ਹੈ ਨਾ। 5 ਦੀ ਜਗ੍ਹਾ ਸੀ ਦੀ ਜਗ੍ਹਾ ਆਪਾਂ ਰੱਖਿਆ 5, 5 ਨਾਲ 5 ਕੈਂਸਲ ਹੋ ਗਿਆ। ਫਾਰਨਹਾਈਟ ਇਜ਼ ਇਕੁਅਲ ਟੂ 9 + 32, ਆਪਣੀ ਮਰਜ਼ੀ ਨਾਲ ਤੁਸੀਂ ਲੈ ਕੇ ਚੱਲੇ ਤਾਂ 41। ਸੋ ਬੱਚੇ ਰਿਜ਼ਲਟ ਕੀ ਆਇਆ, 41। ਇਟ ਮੀਨਸ ਇੱਥੇ ਅਗਰ ਆਪਾਂ ਵੈਲਿਊ 5 ਪੁੱਟ ਕੀਤੀ ਸੀ ਅਤੇ ਰਿਜ਼ਲਟ ਸਾਡੇ ਕੋਲ ਕਿੰਨਾ ਆਇਆ ਸੀ, 41। ਚਲੋ ਬੱਚੇ, ਮੈਂ ਇੱਥੇ ਲਿਆ ਕਿਤੇ ਜ਼ੀਰੋ, ਐਕਸ ਦੀ ਸੀ ਦੀ ਵੈਲਿਊ ਜ਼ੀਰੋ ਇੱਥੇ ਹੋਏਗੀ, ਸੌਰੀ ਸੀ ਦੀ ਵੈਲਿਊ ਜ਼ੀਰੋ ਲੈ ਕੇ ਚੱਲੀ, ਹਾਂ। ਸੀ ਦੀ ਵੈਲਿਊ ਜ਼ੀਰੋ ਔਰ ਐਫ ਦੀ ਵੈਲਿਊ 32, ਐਫ ਦੀ ਵੈਲਿਊ 32 ਕਿੱਥੇ ਹੋਏਗੀ। ਹਾਂਜੀ ਬੱਚੇ, ਐਫ ਦੀ ਵੈਲਿਊ 30 ਕਿੱਥੇ ਹੋਏਗੀ, ਇੱਥੇ ਮੰਨ ਲਓ 10 ਹੈ, ਇੱਥੇ 20 ਹੈ, ਇੱਥੇ 30 ਹੈ, ਇੱਥੇ ਕਿਤੇ 32 ਹੈ, ਠੀਕ ਹੈ। ਇੱਥੇ 32 ਹੈ, ਇਹ 10 ਲਿਆ ਮੈਂ, ਇਹ 20 ਲਿਆ, ਠੀਕ ਹੈ। 10 ਲਿਆ, 20 ਲਿਆ, ਇਹ 30 ਲਿਆ, ਅਤੇ ਇੱਥੇ ਕਿਤੇ ਮੈਂ ਲੈ ਲਿਆ 32, ਠੀਕ ਹੈ। ਮੈਂ ਤਾਂ ਆਈਡੀਆ ਲੈ ਰਿਹਾ ਬਸ, ਠੀਕ ਹੈ। ਸੋ ਇਹ ਪੁਆਇੰਟ ਮੇਰੇ ਕੋਲ ਆਏਗਾ 0,32। 0,32 ਕਿਉਂ ਹੋਏਗਾ, ਕਿਉਂਕਿ ਐਫ ਲਾਈਨ ਹੈ, ਇੱਥੇ ਸੀ ਦੀ ਵੈਲਿਊ ਕੀ ਹੋਏਗੀ, ਜ਼ੀਰੋ। ਸੈਲਸੀਅਸ ਦੀ ਵੈਲਿਊ ਇੱਥੇ ਜ਼ੀਰੋ ਰੱਖਾਂਗੇ, ਠੀਕ ਹੈ। ਇਹ ਪੁਆਇੰਟ ਆ ਗਿਆ। ਉਸ ਤੋਂ ਬਾਅਦ ਉਹ ਕਹਿੰਦਾ ਸੈਲਸੀਅਸ ਅਗਰ 5 ਹੈ, ਸੈਲਸੀਅਸ ਅਗਰ 5 ਹੈ, ਇਟ ਮੀਨਸ ਇੱਥੇ ਇਹ 10 ਲਿਆ ਪੁਆਇੰਟ ਅਤੇ ਇੱਥੇ ਕਿਤੇ 5 ਹੋਏਗਾ। ਇਹ ਅਗਰ 10 ਲਿਆ ਪੁਆਇੰਟ, ਇੱਥੇ ਕਿਤੇ 5 ਹੋਏਗਾ। 5 ਅਤੇ ਦੂਸਰਾ ਕਿਆ ਲੈ ਰਿਹਾ, 41। 41 ਕਿੱਥੇ ਹੋਏਗਾ ਬੱਚੇ, ਦੇਖੋ ਇਹ 30 ਸੀ ਅਤੇ ਇੱਥੇ ਕਿਤੇ ਹੋਏਗਾ 41। ਕਲੀਅਰ। ਇੱਥੇ 40 ਹੋਏਗਾ ਅਤੇ ਇੱਥੇ ਕਿਤੇ 41 ਹੋਏਗਾ। ਮੈਂ ਆਈਡੀਆ ਨਾਲ ਲੈ ਰਿਹਾ। ਹੁਣ ਤੁਸੀਂ ਇਹਨਾਂ ਦੋਨੋਂ ਪੁਆਇੰਟਾਂ ਨੂੰ ਮਿਲਾਉਣਾ, ਕਿਵੇਂ ਮਿਲਾਉਣਾ, ਇੱਥੋਂ ਆਪਾਂ ਪਰਪੈਂਡੀਕੂਲਰ ਲਿਆ, ਸਿੱਧਾ ਹੀ ਸਿੱਧਾ ਉੱਪਰ ਲਾਈਨ ਲਈ, ਉੱਧਰੋਂ ਇੱਥੇ ਲਈ, ਠੀਕ ਹੈ। ਇਹ ਜਿਹੜਾ ਪੁਆਇੰਟ ਆ ਗਿਆ, ਦਿਸ ਪੁਆਇੰਟ ਕੋਲ 32,41। ਕਲੀਅਰ। ਹੁਣ ਇੱਕ ਪੁਆਇੰਟ ਤੁਹਾਡੇ ਕੋਲ ਆ ਆਇਆ ਸੀ, ਇੱਕ ਪੁਆਇੰਟ ਤੁਸੀਂ ਆ ਲਿਆ ਸੀ, ਠੀਕ ਹੈ। ਇੱਕ ਪੁਆਇੰਟ ਆ ਲਿਆ ਸੀ, ਇੱਕ ਪੁਆਇੰਟ ਆ ਲਿਆ ਸੀ, ਹੈ ਨਾ। ਇਹ ਪੁਆਇੰਟ ਸੀ ਏ ਅਤੇ ਇਹ ਪੁਆਇੰਟ ਹੈ ਬੀ। ਕਲੀਅਰ। ਇਹਨਾਂ ਦੋਨਾਂ ਨੂੰ ਮਿਲਾ ਦਿਓ। ਜਦੋਂ ਤੁਸੀਂ ਇਹਨਾਂ ਨੂੰ ਦੋਨਾਂ ਨੂੰ ਮਿਲਾ ਤਾ ਅਤੇ ਤੁਹਾਡੇ ਕੋਲ ਕੀ ਬਣ ਗਈ, ਆਹ ਲਾਈਨ ਬਣ ਗਈ, ਹੈ ਨਾ। ਆਹ ਪੁਆਇੰਟ ਆ, ਇੱਕ ਆਹ ਪੁਆਇੰਟ ਆ, ਹੈ ਨਾ। ਆਹ ਦੋਨੋਂ ਪੁਆਇੰਟ ਸੀ, ਪਹਿਲਾ ਪੁਆਇੰਟ ਆ ਸੀ, ਪਹਿਲਾ ਪੁਆਇੰਟ ਸੀ, ਇਹਨਾਂ ਨੂੰ ਮਿਲਾ ਤਾ। ਸੋ ਆਹ ਤੁਹਾਡੇ ਕੋਲ ਬਣ ਗਈ ਲਾਈਨ, ਗ੍ਰਾਫ ਬਣ ਗਿਆ, ਠੀਕ ਹੈ। ਪਹਿਲਾ ਕੁਐਸਚਨ ਤੇ ਉਹਨੇ ਇਹ ਕਿਹਾ ਸੀ, ਦੇਖੋ ਇਹਦੇ ਕੁਛ ਪੁਆਇੰਟ ਹੈਗੇ ਨੇ। ਪਹਿਲਾ ਪੁਆਇੰਟ ਉਹਨੇ ਕਿਹਾ ਸੀ, ਡਰਾ ਦਾ ਗ੍ਰਾਫ ਆਫ ਦਾ ਲੀਨੀਅਰ ਇਕੁਏਸ਼ਨ above using the Celsius for the x-axis and Fahrenheit for the y-axis। ਪਹਿਲਾ ਕੰਮ ਖਤਮ ਹੋ ਗਿਆ। ਹੁਣ ਦੂਸਰਾ ਕੀ ਕਹਿ ਰਿਹਾ, if the temperature is 30 degree what is the temperature in Fahrenheit। ਇਹ ਗ੍ਰਾਫ ਦੇ ਨਾਲ ਤੁਸੀਂ ਰੀਡ ਕਰਕੇ ਦੱਸ ਸਕਦੇ ਹੋ, ਇਕੁਏਸ਼ਨ 'ਚ ਤੁਸੀਂ ਪੁੱਟ ਕਰਕੇ ਦੱਸ ਸਕਦੇ ਹੋ, ਜਿਸ ਤਰ੍ਹਾਂ ਮਰਜ਼ੀ ਤੁਸੀਂ ਇਹਨੂੰ ਕਰ ਸਕਦੇ ਹੋ, ਇਕੁਏਸ਼ਨ 'ਚ ਵੀ ਕਰ ਸਕਦੇ ਹੋ, ਕਿਉਂਕਿ ਉਹਨੇ ਲਿਖਿਆ ਨਹੀਂ ਹੋਇਆ ਕਿ ਗ੍ਰਾਫ 'ਚ ਹੀ ਦੱਸੋ, ਠੀਕ ਹੈ। ਸੋ ਟੈਂਪਰੇਚਰ ਆਪਾਂ ਕਿੰਨਾ ਲੈਣਾ, 30 ਡਿਗਰੀ ਸੈਲਸੀਅਸ। ਸੋ ਅਸੀਂ ਸੀ ਦੀ ਵੈਲਿਊ ਲਈ 30 ਡਿਗਰੀ ਸੈਲਸੀਅਸ, ਠੀਕ ਹੈ।
सी की वैल्यू ली 30 डिग्री, तो इत्थे आपां पुट कर देंगे 30, तो एफ इज़ इक्वल टू 9/5 30 + 32। 5 ਦੇ ਟੇਬਲ 'ਤੇ ਬੱਚੇ 30 ਕੱਟਿਆ ਗਿਆ कितने 6 से, 6 9 ज़ा 54, 54 + 32 कितना बनेगा बच्चे 4 2 6 एंड 8 86। सो अगर मेरे को सैल्सीਅस मैनू डॉक्टर कह रहा है ਜਾਂ ਕੋਈ ਟੈਂਪਰੇਚਰ ਲੈਬੋਰਟਰੀ ਵਾਲਾ ਕਹਿ ਰਿਹਾ ਕਿ ਡਿਗਰੀ ਹੈ 30 ਡਿਗਰੀ ਟੈਂਪਰੇਚਰ ਹੈਗਾ ਕਿਸੇ ਚੀਜ਼ ਦਾ, ਅਤੇ ਇਟ ਮੀਨਸ ਮੈਂ ਕੀ ਕਹਾਂਗਾ ਉਹ ਫਾਰਨਹਾਈਟ ਹੈ 86। ਠੀਕ ਹੈ। ਉਸ ਤੋਂ ਬਾਅਦ ਥਰਡ ਕੁਐਸਚਨ ਕਹਿ ਰਿਹਾ ਇਫ ਦਾ ਟੈਂਪਰੇਚਰ ਇਜ਼ 95 ਫਾਰਨਹਾਈਟ ਵਟ ਇਜ਼ ਦਾ ਸੈਲਸੀਅਸ, ਵਟ ਇਜ਼ ਦਾ ਟੈਂਪਰੇਚਰ ਇਨ ਸੈਲਸੀਅਸ। ਫਿਰ ਉਹੀ ਇਕੁਏਸ਼ਨ ਹੈ। ਹੁਣ ਅਸੀਂ ਫਾਰਨਹਾਈਟ ਦੀ ਜਗ੍ਹਾ 95, ਹੁਣ ਅਸੀਂ ਇਹੀ ਇਕੁਏਸ਼ਨ ਦੇ ਵਿੱਚ ਕੀ ਕਰਾਂਗੇ, ਜਿੱਥੇ ਐਫ ਹੈ ਉੱਥੇ ਆਪਾਂ ਰੱਖ ਦਾਂਗੇ ਕਿੰਨਾ ਸੀ ਬੱਚੇ 95, 95 ਇਕੁਅਲ ਟੂ 9/5 C + 32। ਠੀਕ ਹੈ। ਧਿਆਨ ਨਾਲ ਹੁਣ ਤੁਹਾਨੂੰ ਇਕੁਏਸ਼ਨ ਸੋਲਵ ਕਰਨੀ ਧਿਆਨ ਨਾਲ ਆਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਹ ਸੀ ਤੇ ਬਿਲਕੁਲ ਇਹਦੇ ਨਾਲ ਜੁੜਿਆ ਹੈ ਮਲਟੀਪਲਾਈ ਦੇ ਰਿਲੇਸ਼ਨ 'ਚ, ਪਹਿਲਾਂ ਪਲੱਸ ਵਾਲਾ ਇੱਧਰ ਲਾਇਓ। ਠੀਕ ਹੈ। ਇਹ 32 ਹੈ, ਉਧਰ ਆ ਕੇ ਮਾਈਨਸ ਹੋ ਜਾਏਗਾ। इट मीनस इधर रखेंगे 95 - 32 इज इक्वल 9/5 मल्टी सी की वैल्यू निकाल लेंगे आप। सो 95 के 32 माइनस कितने बच्चे कितना आएगा, 5 च 2 गए 3, 9 च 3 गए 6, 63 आएगा ना। सो 63 इज इक्वल टू 9/5 सी। ਹੁਣ 9/5 ਨੂੰ ਇੱਧਰ ਸ਼ਿਫਟ ਕਰੋ। ਹਾਂਜੀ ਬੱਚੇ ਤੁਸੀਂ ਕਲਾਸ 8 'ਚ ਪੜ੍ਹਿਆ ਹੋਇਆ, ਜਦੋਂ ਵੀ ਅਸੀਂ ਕੋਈ ਫਰੈਕਸ਼ਨ ਨੂੰ, ਜਿਹੜੀ ਫਰੈਕਸ਼ਨ ਇੱਧਰ ਮਲਟੀਪਲਾਈ ਹੋ ਰਹੀ ਹੈ ਉੱਧਰ ਆ ਕੇ ਡਿਵਾਈਡ ਹੋਏਗੀ, ਅਤੇ ਕੀ ਕਰਾਂਗੇ ਆਪਾਂ ਉਹਨੂੰ ਰੈਸੀਪ੍ਰੋਕਲ ਕਰ ਦਾਂਗੇ। 9 ਦੇ ਟੇਬਲ 'ਤੇ ਬੱਚੇ 63 7 'ਤੇ ਸੋਰੀ 93 63 ਸੀ ਹੈ ਨਾ। 9 ਦੇ ਟੇਬਲ 'ਤੇ 63 7 'ਤੇ ਕੱਟਿਆ ਜਾਂਦਾ, 7 5 ज़ा, ਹਾਂਜੀ ਬੱਚੇ 7 5 ज़ा 35, ਇਹ ਆਨਸਰ ਆ ਗਿਆ। ਸੋ ਅਗਰ ਫਾਰਨਹਾਈਟ ਫਾਰਨਹਾਈਟ ਦੀ ਵੈਲਿਊ ਅਸੀਂ 95 ਲੈ ਰਹੇ ਹਾਂ, ਅਤੇ ਸਾਡੇ ਕੋਲ ਜਿਹੜਾ ਸੈਲਸੀਅਸ ਹੈ ਉਹ ਟੈਂਪਰੇਚਰ ਕਿੰਨਾ ਆਏਗਾ 35। ਕਲੀਅਰ ਆ ਬੱਚੇ। ਫਿਰ ਅੱਗੇ ਇਸੇ ਤਰ੍ਹਾਂ if the temperature is 0, what is the temperature in Fahrenheit, and if the temperature is Fahrenheit ਦਿੱਤਾ 0, what is the temperature Celsius। ਬਹੁਤ ਹੀ ਆਸਾਨ ਹੈ। ਇੱਕ ਵਾਰੀ ਕਹਿੰਦਾ ਸੀ ਨੂੰ 0 ਲੈ ਲਓ, ਦੂਜੀ ਵਾਰੀ ਐਫ ਨੂੰ 0 ਲੈ ਲਓ। ਠੀਕ ਹੈ। ਇਕੁਏਸ਼ਨ ਤੁਹਾਡੇ ਕੋਲ ਕੀ ਸੀ, y ਇਜ਼ ਇਕੁਅਲ ਟੂ ਐਫ ਇਜ਼ ਇਕੁਅਲ ਟੂ 9/5 C + 32 ਇਹ ਸੀ ਨਾ। ਉਹ ਕਹਿੰਦਾ ਅਗਰ ਸੀ ਦੀ ਵੈਲਿਊ 0 ਹੈ ਅਤੇ ਤੁਹਾਡੇ ਕੋਲ ਓਬਵੀਅਸ ਹੈ ਫਾਰਨਹਾਈਟ ਕਿੰਨਾ ਆਏਗਾ 32। ਪਰ ਜੇ ਤਾਂ ਤੁਹਾਨੂੰ ਫਾਰਨਹਾਈਟ 32 ਹੈ, ਫਾਰਨਹਾਈਟ ਅਗਰ ਤੁਹਾਡੇ ਕੋਲ 0 ਹੈ, ਅਤੇ ਹੁਣ ਸੈਲਸੀਅਸ ਦੱਸੋ ਕਿੰਨਾ ਹੋਏਗਾ। ਕੋਈ ਔਖਾ, ਕੁਛ ਵੀ ਔਖਾ ਨਹੀਂ ਹੈ। ਹੁਣ ਫਾਰਨਹਾਈਟ ਅਗਰ 0 ਹੈ, 32 ਨੂੰ ਇੱਧਰ ਲੈ ਜਾਓ, ਕੀ ਆਏਗਾ -32, 9/5 C। ਠੀਕ ਹੈ। ਔਰ ਉਸ ਤੋਂ ਬਾਅਦ ਤੁਸੀਂ 9/5 ਨੂੰ ਉੱਧਰ ਸ਼ਿਫਟ ਕਰੋਗੇ, ਉਹ ਰੈਸੀਪ੍ਰੋਕਲ ਹੋ ਜਾਏਗਾ, ਉੱਧਰ ਆ ਕੇ 5/9 ਬਣ ਜਾਏਗਾ। ਦਿਸ ਇਜ਼ ਆਂਸਰ। ਇਹਨੂੰ ਸੋਲਵ ਕਰ ਲਓ, ਡੈਸੀਮਲ ਦੇ ਵਿੱਚ ਆਂਸਰ ਆਏਗਾ, ਨੈਗੇਟਿਵ ਆਂਸਰ ਆਏਗਾ। ਜਦੋਂ ਫਾਰਨਹਾਈਟ ਹੋਵੇ ਅਤੇ ਆਪਾਂ ਫਾਰਨਹਾਈਟ 0 ਹੋਵੇ, ਅਤੇ ਇਟ ਮੀਨਸ ਸਾਡੇ ਕੋਲ ਜਿਹੜਾ ਟੈਂਪਰੇਚਰ ਉਹ ਬਹੁਤ ਜ਼ਿਆਦਾ ਠੰਡ ਵਾਲਾ, ਠੰਡਾ ਹਾਂ। ਸੋ ਨੈਗੇਟਿਵ ਦੇ ਵਿੱਚ ਆ ਜਾਏਗਾ ਸੈਲਸੀਅਸ। ਸੋ ਇਸੇ ਤਰ੍ਹਾਂ ਲਾਸਟ ਪੁਆਇੰਟ ਹੈ, ਲਾਸਟ ਪੁਆਇੰਟ ਹੈ ਇਜ਼ ਦੇਅਰ a temperature which is numerically the same in the both Fahrenheit and the Celsius, if yes find। ਹਾਂ ਕਹਿੰਦਾ ਕੋਈ ਟੈਂਪਰੇਚਰ ਦੀ ਇਸ ਤਰ੍ਹਾਂ ਦੀ ਨੂਮੈਰੀਕਲ ਵੈਲਿਊ ਹੈਗੀ ਹੈ, ਇਜ਼ ਦੇਅਰ ਐਨੀ ਟੈਂਪਰੇਚਰ ਵਿਚ ਇਜ਼ ਨੂਮੈਰੀਕਲੀ ਦ ਸੇਮ ਇਨ ਬੋਥ ਫਾਰਨਹਾਈਟ ਐਂਡ ਸੈਲਸੀਅਸ। ਅਗਰ ਹੈਗੀ ਹੈ ਤਾਂ ਦੱਸੋ ਕਿਹੜੀ ਹੈ, ਕਿੱਥੇ ਹੋਏਗੀ। ਕਲੀਅਰ, ਕਿਸ ਜਗ੍ਹਾ ਦੇ ਉੱਤੇ ਆਪਾਂ ਕਹਿ ਸਕਦੇ ਹਾਂ ਕਿ ਦੋਨੋਂ ਬਰਾਬਰ ਹੋ ਜਾਂਦੇ ਨੇ। ਸੋ ਉਹਦੇ ਵਾਸਤੇ ਬਹੁਤ ਹੀ ਈਜ਼ੀ ਹੈ, ਅਸੀਂ ਦੋਨੋਂ ਟੈਂਪਰੇਚਰ ਸੇਮ ਲੈਣੇ ਆ। ਤੁਸੀਂ ਐਕਚੁਅਲੀ ਇਹਦੇ ਵਿੱਚ ਤੁਹਾਡੇ ਕੋਲ ਇਕੁਏਸ਼ਨ ਜੋ ਸੀ ਉਹ ਸੀ ਤੁਹਾਡੇ ਕੋਲ ਐਫ ਇਜ਼ ਇਕੁਅਲ ਟੂ 9/5 C + 32 ਸੀ ਨਾ। ਐਕਚੁਅਲੀ ਅਸੀਂ ਕਰਨਾ ਕੀ ਚਾਹੁੰਦੇ ਹਾਂ, ਅਸੀਂ ਐਫ ਇਜ਼ ਇਕੁਅਲ ਟੂ C ਕਰਨਾ ਚਾਹੁੰਦੇ ਹਾਂ। ਕਲੀਅਰ, ਕਹਿੰਦਾ ਮਤਲਬ ਕਿ ਕਿਹੜਾ ਟੈਂਪਰੇਚਰ ਹੈ ਜਿੱਥੇ ਦੋਨੋਂ ਐਫ ਔਰ ਸੀ ਦੀ ਵੈਲਿਊ ਦੋਨੋਂ ਇਕੱਠੀਆਂ ਇੱਕੋ ਜਿਹੀ ਹੋ ਜਾਂਦੀਆਂ ਨੇ। ਠੀਕ ਹੈ। ਤੁਸੀਂ ਇਹ ਇਕੁਏਸ਼ਨ ਦੇ ਵਿੱਚ ਐਫ ਦੀ ਜਗ੍ਹਾ ਸੀ ਕਰ ਦਿਓ ਜਾਂ ਸੀ ਦੀ ਜਗ੍ਹਾ ਐਫ ਕਰ ਦਿਓ, ਇੱਕੋ ਗੱਲ ਹੈ। ਐਫ ਇਜ਼ ਇਕੁਅਲ ਟੂ ਆਪਾਂ ਸੀ ਲਿਖਿਆ ਨਾ, ਚਲੋ ਆਪਾਂ ਐਫ ਦੀ ਜਗ੍ਹਾ ਸੀ ਕਰ ਦਿੰਦੇ ਹਾਂ, 9/5 C + 32। ਕਲੀਅਰ ਹੈ। ਇਹ ਸੀ ਵੈਲਿਊ ਹੈ, ਸੀ ਦੀ ਵੈਲਿਊ ਇੱਧਰ ਲੈ ਆਓ, ਤਾਂ C - 9/5 C + 32।
इज़ इक्वल टू सॉरी इज़ इक्वल टू दोबारा लिखते हैं। देखो आ टर्म सारी मैं इधर लैके आ रहा ठीक है, सी दे नाल लैके आ रहा हूँ है ना कि वो रेसिप्रोकल होएगा उधर क्योंकि सी दे नाल आ रही है, सी दे नाल आ रही है इट मीन सी -9/5 सी इज़ इक्वल टू 32। ਇਹਨੂੰ ਸੋਲਵ ਕਰੋਗੇ ਬੱਚੇ ਇੱਥੇ 1 ਲਗਾ ਲਓ, ਕੁਛ ਨਹੀਂ ਐਲਸੀਐਮ ਲਓਗੇ 1 ਔਰ 5 ਇੱਥੇ 1 ਲਗਾ ਲਓ, 1 ਔਰ 5 ਦਾ ਐਲਸੀਐਮ 5 ਹੋਏਗਾ। ਇਹਨੂੰ 5 ਨੇ ਇੱਧਰ ਮਲਟੀਪਲਾਈ ਕੀਤਾ, ਇਹਨੂੰ ਇੱਧਰ ਮਲਟੀਪਲਾਈ ਕੀਤਾ, ਕਿੰਨਾ ਆਏਗਾ 5c - 9c ਨੀਚੇ ਆ ਗਿਆ 5 32। ਠੀਕ ਹੈ, ਹੁਣ ਲੀਨੀਅਰ ਇਕੁਏਸ਼ਨ ਤੁਹਾਨੂੰ ਸੋਲਵ ਕਰਨੀ ਆਣੀ ਹੈ ਚਾਹੀਦੀ ਹੈ, ਕਲਾਸ 8 ਦੇ ਵਿੱਚ ਤੁਸੀਂ ਸਿੱਖੀ ਹੋਈ ਹੈ, ਫਿਰ ਤੁਹਾਨੂੰ ਇਸ ਚੀਜ਼ਾਂ ਸਮਝ ਲੱਗਣੀ ਹੈ। ਇੱਥੇ 1 ਲਗਾ ਲਿਆ, ਇੱਥੇ 5 ਇੱਥੇ ਐਲਸੀਐਮ ਲੈ ਕੇ ਕੀਤਾ ਮੈਂ, ਠੀਕ ਹੈ। ਸੋ 5 ਇੱਧਰ ਲੈ ਜਾਓ, 5 ਇੱਧਰ ਲੈ ਗਏ, ਤੇ ਕੀ ਬਣਿਆ 5c - 9c ਇਜ਼ ਇਕੁਅਲ ਟੂ 32 ਨੂੰ 5 ਨਾਲ ਮਲਟੀਪਲਾਈ ਕਰ ਦਿਓ, ਠੀਕ ਹੈ। ਤੋ 5c ਦੇ ਵਿੱਚੋਂ 9c ਮਾਈਨਸ ਕੀਤਾ, ਕਿੰਨਾ ਆਇਆ -4c, ਇੱਥੇ ਮਲਟੀਪਲਾਈ ਕੀਤਾ 10 60 160 ਹੈ ਨਾ। ਸੋ c ਇਜ਼ ਇਕੁਅਲ ਟੂ 160/4। ਤੋ c ਦੀ ਵੈਲਿਊ ਕਿੰਨੀ ਆ ਗਈ ਬੱਚੇ -40 -40 ਦੇਖੋ ਧਿਆਨ ਨਾਲ ਕਿੰਨੀ ਆ ਗਈ -40। ਸੀ ਦੀ ਵੈਲਿਊ ਕਿੰਨੀ ਆ ਗਈ, ਕੋਈ ਗਲਤੀ ਤਾਂ ਨਹੀਂ ਕੀਤੀ, ਚੈੱਕ ਕਰ ਲੈਂਦੇ ਹਾਂ। 5 0 10 15 ਹਾਂ ਬਿਲਕੁਲ ਠੀਕ ਹੈ ਬੱਚੇ, 40 ਆ ਗਈ, ਕਲੀਅਰ। ਹੁਣ ਦੇਖੋ ਇਹੀ ਗੱਲ ਹੈ, ਹੁਣ ਅਸੀਂ 40 ਦੀ ਵੈਲਿਊ ਆਪਾਂ ਇਕੁਏਸ਼ਨ ਦੇ ਵਿੱਚ ਪੁੱਟ ਕਰਕੇ ਦੇਖਦੇ ਹਾਂ, ਠੀਕ ਹੈ। ਤੁਹਾਡੇ ਕੋਲ ਸੀ ਦੀ ਵੈਲਿਊ ਕਿੰਨੀ ਆਈ ਹੈ, ਸੀ ਦੀ ਵੈਲਿਊ ਆਈ ਤੁਹਾਡੇ ਕੋਲ 40। ਚਲੋ ਆਪਾਂ ਇਕੁਏਸ਼ਨ 'ਚ ਪੁੱਟ ਕਰਕੇ ਦੇਖਦੇ ਹਾਂ। ਇਕੁਏਸ਼ਨ ਕੀ ਸੀ ਤੁਹਾਡੇ ਕੋਲ, f ਇਜ਼ ਇਕੁਅਲ ਟੂ 9/5 c इज इक्वल टू सॉरी -40 है, वैल्यू इज -40 प्लस 32 यही है ना। सो c की वैल्यू -40 आप पुट करते हैं, f इज इक्वल टू 9/5 -40 प्लस 32। सो f इज इक्वल टू कटिया गया कितना आया बच्चे 8 है ना, 9 - 8 5 ਦੇ ਟੇਬਲ ਤੇ 40 8 ਤੇ है ना प्लस 32। सो f इज इक्वल टू 9 8 -72 प्लस 32। हाँ जी 72 ਦੇ ਵਿੱਚੋਂ 32 ਮਾਈਨਸ ਕਰ ਦਿਓ, ਕਿੰਨਾ ਆਏਗਾ ਬੱਚੇ 0। 7 ਚੋਂ 3 ਗਏ 4, तो f ਦੀ ਵੈਲਿਊ ਕਿੱਥੇ ਆਈ -40। ਸੋ ਬੱਚੇ ਅਸੀਂ ਕੀ ਸਿੱਖਿਆ, c ਦੀ ਵੈਲਿਊ ਅਗਰ -40 ਲਈ, ਅਗਰ c ਦੀ ਵੈਲਿਊ -40 ਲਈ ਤੇ ਸਾਡੇ ਕੋਲ f ਦੀ ਵੈਲਿਊ ਵੀ ਕੀ ਆ ਰਹੀ ਹੈ 40 ਆ ਰਹੀ ਹੈ। ਕਿਉਂ ਲੈ ਕੇ ਆ ਰਹੇ ਆ ਫਿਰ, ਕਿਉਂਕਿ ਆਪਾਂ ਇਕੁਏਸ਼ਨ ਦੇ ਵਿੱਚ ਪੁੱਟ ਕੀਤਾ ਸੀ f ਇਜ਼ ਇਕੁਅਲ ਟੂ c। ਸੋ ਉਹਨੇ ਇਹੀ ਗੱਲ ਕਹੀ ਸੀ, ਦੇਖੋ ਧਿਆਨ ਨਾਲ, ਇਜ਼ ਦੇਅਰ ਏ ਟੈਂਪਰੇਚਰ ਵਿਚ ਇਜ਼ ਨੂਮੈਰੀਕਲੀ ਦਾ ਸੇਮ ਇਨ ਦਾ ਬੋਥ ਫਾਰਨਹਾਈਟ ਐਂਡ ਸੈਲਸੀਅਸ। ਸੈਲਸੀਅਸ ਵਾਸਤੇ ਔਰ ਫਾਰਨਹਾਈਟ ਵਾਸਤੇ ਕੋਈ ਨੂਮੈਰੀਕਲ ਵੈਲਿਊ ਹੈਗੀ ਹੈ ਜਿੱਥੇ ਟੈਂਪਰੇਚਰ ਸੇਮ ਹੋਏ, ਯੈਸ। ਉਹ ਕਿਹੜੀ ਹੈਗੀ ਹੈ, ਉਹ ਹੈ -40। ਹਮੇਸ਼ਾ ਯਾਦ ਰੱਖੋ, ਕਲੀਅਰ। ਇਟ ਇਜ਼ ਅ ਟਰੂਥ ਕਿ ਦੋ -40 ਦੇ ਉੱਤੇ f ਔਰ c ਇੱਕੋ ਹੀ ਹੁੰਦਾ। ਟੈਂਪਰੇਚਰ ਅਗਰ -40 ਹੈ ਅਤੇ ਸੈਲਸੀਅਸ ਵੀ ਤੁਹਾਡੇ ਕੋਲ ਕਿੰਨਾ ਆਏਗਾ -40 ਆਏਗਾ। ਸੋ ਵਿਦ ਦਿਸ ਥੈਂਕ ਯੂ ਵੈਰੀ ਮੱਚ ਬੱਚੇ, ਆਪਾਂ ਅੱਜ ਜੋ ਕੰਪਲੀਟ ਕੀਤੀ ਹੈ ਐਕਸਰਸਾਈਜ਼ 4.3। ਇੱਕ ਐਗਜ਼ਾਮਪਲ ਇਹਦੀ ਬੱਚੇ ਰਹਿ ਗਈ ਸੀ, ਉਹ ਤੁਸੀਂ ਆਪਣੇ ਆਪ ਖੁਦ ਹੀ ਕਰ ਲਓਗੇ। ਮੈਂ ਵੈਸੇ ਆਸਾਨ ਹੈ ਸ਼ਾਇਦ ਸੀ ਐਗਜ਼ਾਮਪਲ, ਹਾਂ ਇਹ ਬਹੁਤ ਹੀ ਇੰਪੋਰਟੈਂਟ ਹੈ ਐਗਜ਼ਾਮਪਲ ਨੰਬਰ 5। ਉਹਨੇ ਲਿਖਿਆ ਹੈ ਕਿ ਗਿਵ ਦਾ ਪੁਆਇੰਟ 1,2 ਫਾਈਂਡ ਦਾ ਇਕੁਏਸ਼ਨ ਆਫ ਦਾ ਲਾਈਨ ਆਫ ਅ ਲਾਈਨ ਔਨ ਵਿਚ ਇਟ ਲਾਈਜ਼, ਠੀਕ ਹੈ। ਹਾਊ ਮਚ ਸੱਚ ਇਕੁਏਸ਼ਨ ਆਰ ਦੇਅਰ, ਹਾਊ ਮੈਨੀ ਸੱਚ ਇਕੁਏਸ਼ਨ ਆਰ ਦੇਅਰ। ਚਲੋ ਵੀ ਮੈਂ ਤੁਹਾਨੂੰ ਕਰਾ ਹੀ ਦਿੰਦਾ, ਕਿਉਂਕਿ ਇਹਦੇ ਨਾਲ ਹੀ ਰਿਲੇਟਡ ਕੁਐਸਚਨ ਹੈ ਤੁਹਾਡੇ ਕੋਲ, ਇਹਦੇ ਨਾਲ ਹੀ ਰਿਲੇਟਡ ਕੁਐਸਚਨ ਤੁਹਾਡੇ ਕੋਲ ਹੈ ਕੁਐਸਚਨ ਨੰਬਰ 2, ਠੀਕ ਹੈ। ਕੁਐਸਚਨ ਨੰਬਰ 2 ਵੀ ਇਹਦੇ ਨਾਲ ਹੀ ਰਿਲੇਟਡ ਹੈ। ਸੋ ਮੈਂ ਤੁਹਾਨੂੰ ਉਹ ਕਰਾ ਦਿੰਦਾ। ਦੇਖੋ ਪੁਆਇੰਟ ਉਹਨੇ ਦਿੱਤਾ ਸੀ 1,2। ਹੁਣ ਇਹ ਕਹਿੰਦਾ ਕੋਈ ਲਾਈਨ ਦਾ ਪੁਆਇੰਟ ਹੈ, ਬਸ ਤੁਸੀਂ ਇਹਨੂੰ ਚੀਜ਼ ਨੂੰ ਸਮਝੋ, ਇਹ ਲਾਈਨ ਦਾ ਪੁਆਇੰਟ ਹੈ, ਕਲੀਅਰ। ਤੁਸੀਂ ਇਹਨੂੰ ਲੈ ਕੇ ਜਾ ਰਹੇ ਹੋ, ਲਾਈਨ ਦਾ ਪੁਆਇੰਟ ਹੈ। ਹੁਣ ਅਗਰ ਲਾਈਨ ਦਾ ਪੁਆਇੰਟ ਹੈ ਤਾਂ ਇਟ ਮੀਨਸ ਲਾਈਨ ਦੇ ਉੱਤੇ ਲਾਈਨ ਦੀ ਇਕੁਏਸ਼ਨ ਨੂੰ ਵੀ ਸੈਟਿਸਫਾਈ ਕਰੇਗਾ, ਠੀਕ ਹੈ। ਪਹਿਲਾ ਪੁਆਇੰਟ ਕੀ ਹੁੰਦਾ ਸਾਡੇ ਕੋਲ x ਦਾ, x ਇਜ਼ ਇਕੁਅਲ ਟੂ 1, ਦੂਜਾ ਕੀ ਹੈਗਾ y ਇਜ਼ ਇਕੁਅਲ ਟੂ 2, ਇਹੀ ਹੈ ਨਾ। ਹੁਣ ਆਪਾਂ ਲੀਨੀਅਰ ਇਕੁਏਸ਼ਨ ਬਣਾਉਣੀ ਹੈ ਜਿਹੜੀ ਸੈਟਿਸਫਾਈ ਕਰੇ ਇਸ ਪੁਆਇੰਟ ਨੂੰ, ਕਲੀਅਰ। ਤੋ ਬੱਚੇ ਦੇਖੋ ਮੈਂ ਇੱਕ ਇਕੁਏਸ਼ਨ ਆਪਣੇ ਵੱਲੋਂ ਲੈ ਰਿਹਾ, ਇੱਕ ਮੈਂ ਇਕੁਏਸ਼ਨ ਲੈ ਰਿਹਾ x ਪਲਸ ਵਾਈ ਇਜ਼ ਇਕੁਅਲ ਟੂ 3। ਮੈਂ ਲੈ ਰਿਹਾ x ਪਲਸ ਵਾਈ ਇਜ਼ ਇਕੁਅਲ ਟੂ 3, ਕਿਉਂ?
क्योंकि जो मैं x की वैल्यू 1 पुट करांगा तो y की वैल्यू 2 पुट करांगा तो मेरे को इक्वल टू 3 आएगा। लैफ्ट हैंड साइड इज इक्वल टू राइट हैंड साइड होएगी बच्चे, लैफ्ट हैंड साइड इज इक्वल टू राइट हैंड साइड होएगी। इट मीनस यह पॉइंट मैं कह सकदा यह लाइन के उत्ते आ रहा है। सो एक इक्वेशन आ गई, एक इक्वेशन आ गई ना, क्योंकि यह 1,2 जो पॉइंट है मैं इतने अगर पुट करांगा इक्वल टू 3 आएगा, क्योंकि दिस इक्वेशन इज अज्यूम्ड बाय मी कि यह मेरे इस इक्वेशन वास्ते मेरा पॉइंट सैटिस्फाई हैगा या यह पॉइंट वास्ते यह इक्वेशन सैटिस्फाई हो रही है। क्लीयर। मैं कह सकदा कि 1,2 लाइज ऑन इक्वेशन ए वाली। सो यह जी लाइन है, यह जो पॉइंट है इक्वेशन ते आ रहा है। इस तरह की मैं की होर कोई इक्वेशन बना सकदा कि मैं इस तरह की कोई होर इक्वेशन बना सकदा। चलो देखते हैं। अच्छा बच्चे, अगर मैं लवां y माइनस एक्स इज इक्वल टू 1, चलो चेक करते हैं। अच्छा बच्चे, y की वैल्यू की है, y की वैल्यू मेरे को है 2, y की जगह 2 पुट किया। x की वैल्यू की है मेरे को 1, मैं 1 पुट किया। हाँ जी, 2 जो 1 गए 1, यस दिस इज माई राइट साइड। इट मीनस लैफ्ट हैंड साइड इज इक्वल टू राइट हैंड साइड। कि इक्वेशन वास्ते, ए वाली इक्वेशन वास्ते और ए वाले पॉइंट वास्ते। पॉइंट तो वही लै रहा ना मैं जो पहला सी। हुण एको पॉइंट लैके मैं एक इक्वेशन बनाई, उही पॉइंट लैके मैं एक होर इक्वेशन बना ली, 2 इक्वेशन आ गई मेरे को। सो असी की कनकलूड कर रहे हैं कि एक पॉइंट के उत्तों तुसी क्लास छोटी क्लासा च पढ़िया सी, एक पॉइंट के उत्तों तुसीं कितनियां लाइनां पर निकाल सकते हो। कितनियां लाइनां निकालोगे बच्चे, मैनूं दसो। एक पॉइंट के उत्तों कितनियां लाइनां निकाल रहे हो, कितनियां लाइनां निकाल सकते हो एक पॉइंट के उत्तों। इनफाइनाइट लाइन्स यू कैन ड्रॉ फ्रॉम द सिंगल पॉइंट। सो उन्हां विचों यह इक्वेशन मैं बोल दांगा x+y इक्वल टू 3 जी पहले सी। मान लो और विचों मैं एक लाइन बोलता अपने वालों y माइनस एक्स इक्वल टू 1, यह वाली लाइन। इस तरह जिमें इस लाइन की इक्वेशन है, ए लाइन की इक्वेशन है, यदी भी इक्वेशन होएगी, यदी भी इक्वेशन होएगी, यदी भी इक्वेशन होएगी, यदी भी इक्वेशन होएगी, यदी भी इक्वेशन होएगी। ठीक है। सो दिस इज़ द आंसर एक्चुअली, क्योंकि हर एक कोई भी लाइन तुसीं लोगे वो लाइन उत्ते पॉइंट आ ही रहा है। पॉइंट किहड़ा सी 1,2। सो यही वो कह रहा सी। देखो एग्जाम्पल नंबर 5, गिव द पॉइंट, फाइंड द इक्वेशन ऑन द लाइन ऑफ ए लाइन ऑन विच इट लाइज। जिहदे उत्ते यह पॉइंट आवे वो इक्वेशन दसो। असी एक नहीं, असी 2 दसियां, 2 नूं छड्ड के असी 5 भी दस सकते हैं, 10 भी सकते हैं। सो हाउ मैनी सच इक्वेशन आर देयर। सो कितनी आन गया। इनफैक्ट देयर आर इनफाइनाइट मैनी लीनियर इक्वेशन विच दिस पॉइंट में लाई। क्लीयर। सो इस तरह क्वेश्चन नंबर बच्चे तुसीं 2 भी कर लोगे। सो थैंक यू वेरी मच स्टूडेंट्स। लैक्चर काफ़ी लंबा हो गया। एक्सरसाइज 4.3 असी डिस्कस कर चुके हैं। अगर प्रॉब्लम है दैन कॉन्टैक्ट मी, कॉमेंट करो, मैनूं दसो कित्थे की दिक्कत आ रही है। दिस एक्सरसाइज इज़ वेरी 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 इंपॉर्टेंट। थैंक यू वेरी मच।